ਗਮਨ ਕੀਨ ਸਭ ਤਜੇ ਨਿਕੇਤਾ। ਜਾਤੀ ਮਲਕ ਕੁਟੰਬ ਸਮੇਤਾ। ਜਬਰ ਛਤਰ ਤਖਤ ਕੇ ਮਾਲਕ ਗੁਰ ਤਗਤ ਦੇ ਉਪਰ ਸੁਭਾਇਮਾਨ ਦਸਮ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜੁਗੋ ਜੁਗ ਅਟਲ ਗਰੀਬ ਨਵਾਜ ਗੁਰੂ ਜ਼ਾਹਰ ਜਹੂਰ ਹਾਜ਼ਰਾ ਹਜੂਰ ਸ਼ਬਦ ਸਰੂਪ ਜੋਤ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਭਾਰੇ ਉਪਕਾਰੀ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਰਾਤਰੀ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾ ਰਹੀ ਨਤਮਸਤਕ ਹੋ ਰਹੀ ਸਮੂਹ ਗੁਰੂ ਕੀ ਸੰਗਤ ਜੀ ਵਡਭਾਗ ਹੈ ਜੋ ਸ਼ਾਮਾਂ ਤੋਂ ਸਤਿਗੁਰਾਂ ਦੇ ਦਰਸ਼ਨ ਗੁਰਬਾਣੀ ਦੇ ਰਸ ਭਿੰਨੇ ਸ਼ਬਦਾਂ ਦੇ ਕੀਰਤਨ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਕੇ ਜਾਪ ਸ਼੍ਰੀ ਮੁਖ ਵਾਕ ਸ਼ਰਵਨ ਕਰਕੇ ਲਾਭ ਖਟਿਆ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਸੋ ਆਓ ਪਾਵਨ ਕਥਾ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਗੁਰਫਤਿਹ ਵਿੱਚ ਸਾਂਝ ਪਾਓ ਰਸਨਾ ਸਫਲਾਓ ਬੁਲੰਦ ਆਵਾਜ਼ ਵਿੱਚ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੇ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਕੱਲ੍ਹ ਵਾਲਾ ਪ੍ਰਸੰਗ ਸੰਖੇਪ ਮਾਤਰ ਟੂਕ ਕੋ ਦੁਹਰਾ ਲਈਏ ਤਾਂ ਕਿ ਲੜੀ ਜੁੜ ਜਾਵੇ ਔਰ ਆ ਰਹੀ ਕਥਾ ਨੂੰ ਸਮਝਣਾ ਸੁਖਾਲਾ ਹੋ ਜਾਵੇ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਹੱਥੋਂ ਕਾਲੇ ਖਾਨ ਦੀ ਮੌਤ ਹੋ ਗਈ। ਰਣ ਦੇ ਵਿੱਚ ਮਾਰਿਆ ਗਿਆ। ਜਿਸ ਵਕਤ ਮਾਰਿਆ ਗਿਆ ਹੈ ਬਚੀ ਹੋਈ ਮੁਗਲ ਫੌਜ ਭੱਜ ਗਈ ਔਰ ਜਾ ਕਰਕੇ ਇਸ ਜੰਗ ਦੀ ਹਾਰ ਦਾ ਕਾਲੇ ਖਾਨ ਦੀ ਪੈਂਦੇ ਖਾਨ ਦੀ ਅਨਵਰ ਖਾਨ ਦੀ ਮੌਤ ਦਾ ਸੁਨੇਹਾ ਦਿੱਤਾ। ਬਾਕੀ ਵੀ ਜੋ ਲੱਖ ਦੇ ਤਕਰੀਬਨ ਸੂਰਮੇ ਮਰੇ ਸੀ ਸਭ ਦੇ ਘਰੋਂ ਘਰੀ ਖਬਰ ਪੁੱਜੀ ਔਰ ਸਭ ਦੇ ਘਰੋਂ ਘਰੀ ਪਿੱਟ ਸਿਆਪਾ ਪਿਆ। ਸਾਰੇ ਬਹੁਤ ਭਾਰੀ ਦੁਖੀ ਹੈ। ਕਿਸੇ ਦਾ ਪੁੱਤ ਇਸ ਜੰਗ ਵਿੱਚ ਮਾਰਿਆ ਗਿਆ, ਕਿਸੇ ਦਾ ਭਤੀਜਾ, ਕਿਸੇ ਦਾ ਭਰਾ, ਕਿਸੇ ਦਾ ਪਿਓ। ਇਉਂ ਤੁਰਕਾਂ ਦੇ ਘਰਾਂ ਦੇ ਵਿੱਚ ਕਾਬਲ ਤੋਂ ਲੈ ਕੇ ਦਿੱਲੀ ਤੱਕ ਬਹੁਤ ਭਾਰੀ ਮਾਤਮ ਹੈ। ਇਧਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਸਮਾਂ ਆਰਾਮ ਫਰਮਾਇਆ ਔਰ ਉਸ ਤੋਂ ਪਹਿਲਾਂ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਮਲਕ, ਭਾਈ ਲੱਖੂ, ਭਾਈ ਮਹਿਰਾ ਚੰਦ, ਭਾਈ ਅਮੀਆਂ ਚੰਦ ਅਤੇ ਆਦਿਕ ਜਿਹੜੇ ਸਿੱਖ ਸ਼ਹੀਦ ਹੋਏ ਹੈ 700 ਸਾਰੇ ਸਿੱਖਾਂ ਦੇ ਸ਼ਾਂਤ ਸਰੀਰਾਂ ਨੂੰ ਇਕੱਤਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ। ਬਾਬਾ ਵਿਧੀ ਚੰਦ ਸਾਹਿਬ ਦੇ ਕਹਿਣ 'ਤੇ ਬੇਅੰਤ ਸਿੱਖ ਸੇਵਕਾਂ ਨੇ ਕਾਰਜ ਕੀਤਾ ਹੈ। ਜਿਸ ਵਕਤ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਖਬਰ ਦਿੱਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ
ਕਿ ਕਰਤਾਰਪੁਰ ਸਾਹਿਬ ਦੇ 4 ਚੁਫੇਰੇ ਭਾਰੀ ਮਾਸ, ਦੁਰਗੰਧ, ਖੂਨ, ਹੱਡੀਆਂ, ਮ੍ਰਿਤਕ ਤੁਰਕ ਸੈਨਿਕਾਂ ਦੇ ਸਰੀਰ ਐਡੀ ਵੱਡੀ ਗਿਣਤੀ ਦੇ ਵਿੱਚ ਵੀ ਇਹਨਾਂ ਦਾ ਕੋਈ ਹੱਲ ਨਹੀਂ ਹੋ ਸਕਣਾ। ਔਰ 15 ਘੰਟਿਆਂ ਦੇ ਤਕਰੀਬਨ 5 ਪਹਿਰ ਇਹ ਜੰਗ ਚੱਲਦੇ ਨੂੰ ਹੋ ਚੁੱਕੇ ਹਨ। ਅੱਜ ਦੀ ਰਾਤ ਬਤੀਤ ਹੁੰਦਿਆਂ ਇਸ ਖੂਨ ਦੇ ਵਿੱਚੋਂ, ਮਿੱਝ ਦੇ ਵਿੱਚੋਂ, ਹੱਡਾਂ ਦੇ ਵਿੱਚੋਂ ਦੁਰਗੰਧ ਪੈਦਾ ਹੋ ਜਾਏਗੀ, ਕਿਰਮ ਚੱਲ ਜਾਣਗੇ। ਇਸ ਕਰਕੇ ਹੁਣ ਇਸ ਜਗ੍ਹਾ 'ਤੇ ਰਹਿਣਾ ਯੋਗ ਨਹੀਂ ਹੈ। ਔਰ ਫਿਰ ਦੂਜਾ ਕਾਰਨ ਇਹ ਸੀ ਕਿ ਇੱਥੋਂ ਦੇ ਬਹੁਤ ਸਾਰੇ ਜਿਹੜੇ ਜਲੰਧਰ ਏਰੀਏ ਦੇ ਵਸਨੀਕ ਮੁਸਲਮਾਨ ਲੋਕ ਸਨ, ਪਠਾਨ, ਉਹਨਾਂ ਦੀ ਨੇੜੇ ਤੇੜੇ ਦੇ ਲੋਕਾਂ ਦੀ ਜਿਹੜੀ ਫੌਜ ਜਲੰਧਰ ਦੀ ਫੌਜ ਵਿੱਚ ਭਰਤੀ ਹੋਈ ਸੀ ਉਹ ਵੀ ਮਾਰੇ ਗਏ। ਇਸ ਕਰਕੇ ਪਰਿਵਾਰ ਸਾਡੇ ਨਾਲ ਦਵੈਸ਼ ਕਰਨਗੇ। ਇਹ ਹਿਰਦੇ ਤੋਂ ਦੁਖੀ ਹੈ, ਇਹ ਹਮੇਸ਼ਾ ਸਾਡੇ ਨਾਲ ਝਗੜਾ ਕਮਾਉਣਗੇ। ਸੋ ਇਤਿਹਾਦਕ ਬਹੁਤ ਸਾਰੇ ਕਾਰਨਾਂ ਦੀ ਵਿਚਾਰ ਕਰਕੇ ਗਰੀਬ ਨਵਾਜ਼ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਹੁਕਮ ਕੀਤਾ ਕਿ ਅਸੀਂ ਬਾਹਰ ਗੰਗਸਰ ਵਾਲਾ ਜਿਹੜਾ ਖੂਹ ਹੈ ਇੱਥੇ ਖਲੋ ਕੇ ਉਡੀਕ ਕਰਦੇ ਹਾਂ। ਤੁਸੀਂ ਸਾਡੇ ਮਹਿਲਾਂ ਵਿੱਚ ਜਾਓ ਅਤੇ ਛੇਤੀ ਦੇ ਨਾਲ ਸਾਡੇ ਸਾਰੇ ਪਰਿਵਾਰ ਨੂੰ ਘੋੜਿਆਂ ਦੇ ਉੱਪਰ, ਰੱਥਾਂ ਦੇ ਉੱਪਰ, ਬਲਦਾਂ ਦੇ ਉੱਪਰ ਸਮੇਤ ਸਮਾਨ ਜਿੰਨਾ ਕੁ ਵਰਤਣਯੋਗ ਹੋਵੇ ਸਭ ਨੂੰ ਚੜ੍ਹਾ ਕਰਕੇ ਲੈ ਕੇ ਆਵੋ। ਆਪਾਂ ਹੁਣੇ ਹੀ ਕੀਰਤਪੁਰ ਸਾਹਿਬ ਨੂੰ ਚਾਲੇ ਪਾਵਾਂਗੇ। ਬਾਬਾ ਬਿਧੀ ਚੰਦ ਸਾਹਿਬ ਨੇ ਮਹਿਲਾਂ ਦੇ ਵਿੱਚ ਪਹੁੰਚ ਕੇ ਹੁਕਮ ਦਿੱਤਾ ਹੈ। ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਸਤਿਗੁਰਾਂ ਦੇ ਮਹਿਲਾਂ ਨੇ ਜਿੰਨਾ ਕੁ ਵਰਤੋਂ ਦੇ ਯੋਗ ਆਉਣ ਵਾਲਾ ਸਮਾਨ ਸੀ ਬਾਬਾ ਬਿਧੀ ਚੰਦ ਸਾਹਿਬ ਦੇ ਹੱਥੀਂ ਗੱਡਿਆਂ ਦੇ ਉੱਪਰ ਲਦਵਾਇਆ। ਔਰ ਗੁਰੂ ਕੇ ਸਪੁੱਤਰ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਆਣੀ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕੇ ਮਹਿਲ, ਸਤਿਗੁਰਾਂ ਦੀਆਂ ਨੋਹਾਂ, ਪੋਤਰੇ, ਸਭ ਪਰਿਵਾਰ ਜਥਾਯੋਗ ਸਵਾਰੀ ਵਿੱਚ ਕਰਵਾ ਕੇ ਜਿਸ ਤਰੀਕੇ ਨਾਲ ਬਾਬਾ ਬਿਧੀ ਚੰਦ ਸਾਹਿਬ ਇਸ ਨਗਰ ਦੇ ਵਿੱਚੋਂ ਬਾਹਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਉਡੀਕਦੇ ਆ ਗੰਗਸਰ ਵਾਲੀ ਥਾਂ 'ਤੇ, ਉੱਥੇ ਲੈ ਕੇ ਜਾ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਇਕਾਗਰ ਸੁਣੋ, ਇਕਾਗਰ ਕਰੋ। ਸਤਿਗੁਰਾਂ ਦੇ ਇਸ ਪਾਵਨ ਇਤਿਹਾਸ ਨੂੰ ਸੁਣ ਕੇ ਲਾਭ ਖੱਟੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤੀ ਮਲਕ ਕੁਟੰਬ ਸਮੇਤਾ। ਸਤਿਗੁਰਾਂ ਦਾ ਸਿੱਖ ਸੂਰਮਾਨ ਜੋ ਜਾਤੀ ਮਲਕ ਬ੍ਰਾਹਮਣ ਸਿੱਖ ਹੈ, ਇਹ ਵੀ ਆਪਣੇ ਸਾਰੇ ਸਮੇਤ ਪਰਿਵਾਰ ਗਮਨ ਕੀਨ ਸਭ ਤਜੇ ਨਿਕੇਤਾ। ਇਹਨਾਂ ਨੇ ਵੀ ਆਪਣਾ ਘਰ ਛੱਡ ਕੇ ਸਾਰੇ ਪਰਿਵਾਰ ਦੇ ਸਮੇਤ ਸਤਿਗੁਰਾਂ ਦੇ ਨਾਲ ਚਾਲੇ ਪਾਏ। ਜੇ ਰਣ ਮਰੇ ਸੋ ਗੁਰਪੁਰ ਗਏ। ਜਿਹੜੇ ਰਣ ਭੂਮੀ ਦੇ ਵਿੱਚ ਸਿੱਖ ਸੂਰਮੇ ਸ਼ਹੀਦ ਹੋ ਗਏ, ਜਿਨ੍ਹਾਂ ਨੇ ਸਰੀਰ ਤਿਆਗਿਆ ਹੈ ਸ਼ਸਤਰਾਂ ਦੀ ਮਾਰ ਖਾ ਕੇ, ਉਹਨਾਂ ਦਾ ਵਸੇਬਾ ਗੁਰੂਪੁਰੀ ਹੋਇਆ, ਮੁਕਤੀ ਨੂੰ ਪ੍ਰਾਪਤ ਹੋਏ, ਸਤਿਗੁਰਾਂ ਦੇ ਸਰੂਪ ਵਿੱਚ ਅਭੇਦ ਹੋ ਗਏ। ਘਾਇਲ ਹੁਤੇ ਕਸ਼ਟ ਜਿਨ ਥੇ। ਜਿਹੜੇ ਸਿੱਖ ਜ਼ਖਮੀ ਹੋਏ ਸਨ ਇਸ ਜੰਗ ਦੇ ਵਿੱਚ, ਉਹਨਾਂ ਦੇ ਜ਼ਖਮਾਂ ਦਾ ਇਲਾਜ ਉਸ ਸਮੇਂ ਜਿਹੜੇ ਬੜੀ ਭਾਰੀ ਪੀੜਾ ਦੇ ਵਿੱਚ ਹੈ, ਸ਼੍ਰੀ ਹਰਿ ਗੋਬਿੰਦ ਨਿਕਟ ਹਕਾਰੇ। ਉਹਨਾਂ ਸਾਰੇ ਜ਼ਖਮੀ ਹੋਇਆਂ ਸਿੱਖ ਸੂਰਮਿਆਂ ਨੂੰ ਸੱਚੇ ਪਾਤਸ਼ਾਹ ਨੇ ਆਪਣੇ ਪਾਸ ਬੁਲਾਇਆ ਹੈ ਜੀ। ਸਭ ਸੋ ਕਰੁਣਾ ਦ੍ਰਿਸ਼ਟ ਨਿਹਾਰੇ। ਔਰ ਸਾਰੇ ਸਿੱਖ ਸੂਰਮਿਆਂ ਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਪਾਈ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਪਾਵਨ ਨੇਤਰਾਂ ਦੇ ਨਾਲ ਤੱਕਿਆ। ਪੀੜਾ ਹਰੀ ਸਕਲ ਕੀ ਜਬੈ। ਇਉਂ ਤੱਕ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਸਾਰਿਆਂ ਦੀ ਪੀੜਾ ਹੈ, ਜੋ ਕਸ਼ਟ ਹੈ, ਉਹ ਨਿਰਵਿਰਤ ਕਰ ਦਿੱਤਾ ਹੈ। ਚੜ ਕਰ ਤਿਆਰ ਹੋਤ ਭੇ ਤਬੈ। ਤਦੋਂ ਫਿਰ ਉਸ ਸਮੇਂ ਉਹ ਵੀ ਸਿੱਖ ਸੂਰਮੇ ਸਵਾਰੀਆਂ 'ਤੇ ਚੜ੍ਹ ਕਰਕੇ ਤਿਆਰ ਹੋ ਗਏ। ਜ਼ਖਮਾਂ ਦੀ ਪੀੜ ਹਰੀ ਹੈ, ਗੁਰੂ ਸਮਰੱਥ ਹੈ ਮੇਰਾ ਵੈਦ ਗੁਰੂ ਗੋਬਿੰਦਾ।
ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਗੁਰੂ ਹਰ ਸਕਦਾ ਹੈ ਪੀੜਾ, ਪ੍ਰਤੱਖ ਜ਼ਖਮ ਵੀ ਭਰ ਸਕਦਾ ਆਪਣੀ ਮਿਹਰ ਦੀ ਦ੍ਰਿਸ਼ਟੀ ਦੇ ਨਾਲ, ਤੇ ਜ਼ਖਮਾਂ ਦੀ ਪੀੜ ਵੀ ਨਿਰਵਿਰਤ ਕਰ ਸਕਦਾ ਹੈ। ਬੰਦ ਬੰਦ ਕਟਾਉਣਾ ਸਿੱਖਾਂ ਦਾ ਗੁਰੂ ਦੀ ਦਇਆ ਦ੍ਰਿਸ਼ਟੀ ਸੀ। ਜਿਉਂਦਿਆਂ ਦੇਗ ਦੇ ਵਿੱਚ ਉਬਲਣਾ ਵੀ ਗੁਰੂ ਦੀ ਦਇਆ ਦ੍ਰਿਸ਼ਟੀ ਸੀ। ਔਰ ਆਪਣੇ ਆਪ ਨੂੰ ਆਰੇ ਦੇ ਨਾਲ ਚਰਵਾਉਣਾ ਵੀ ਗੁਰੂ ਦੀ ਦਇਆ ਦ੍ਰਿਸ਼ਟੀ ਹੈ। ਸਤਿਗੁਰੂ ਦੀ ਨਿਗਾਹ ਦੇ ਵਿੱਚ ਬਰਕਤ ਹੈ। ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਸ਼ਕਤੀ ਹੈ। ਐਵੇਂ ਨਹੀਂ, ਜਦੋਂ ਭਾਈ ਸਤੀ ਦਾਸ ਨੂੰ ਪੁੱਛਿਆ ਜਾਂਦਾ ਕਿ ਤੁਹਾਡੀ ਅੰਤਮ ਇੱਛਾ ਕੀ ਹੈ, ਤੁਹਾਨੂੰ ਆਰੇ ਦੇ ਨਾਲ ਚੀਰ ਕੇ 2 ਫਾੜ ਕੀਤਾ ਜਾਣਾ ਹੈ, ਤਾਂ ਗੁਰੂ ਕਾ ਸਿੱਖ ਕਹਿੰਦਾ ਮੇਰਾ ਮੁੱਖ ਮੇਰੇ ਗੁਰੂ ਵੱਲ ਨੂੰ ਹੋਵੇ। ਬਸ ਮੈਨੂੰ ਮੇਰੇ ਗੁਰੂ ਦੇ ਦੀਦਾਰ ਪ੍ਰਾਪਤ ਹੋਣ, ਮੇਰਾ ਗੁਰੂ ਮੇਰੇ 'ਤੇ ਮਿਹਰ ਦੀ ਦ੍ਰਿਸ਼ਟੀ ਪਾਵੇ, ਦਇਆ ਦ੍ਰਿਸ਼ਟੀ ਪਾਵੇ। ਸੋ ਇਸ ਕਰਕੇ ਗੁਰੂ ਦੀ ਕਿਰਪਾ ਦੇ ਵਿੱਚ, ਦ੍ਰਿਸ਼ਟੀ ਦੇ ਵਿੱਚ, ਨਿਗਾਹ ਦੇ ਵਿੱਚ ਨਿੱਘ ਹੈ, ਸੁਖ ਹੈ, ਬਖਸ਼ਿਸ਼ ਕਰ ਸਕਦਾ ਹੈ ਗੁਰੂ। ਗੁਰੂ ਤੇ ਸਾਰੀਆਂ ਬਖਸ਼ਿਸ਼ਾਂ ਕਰ ਸਕਦਾ ਹੈ। ਗਰੀਬ ਨਵਾਜ ਦੀ ਬਾਣੀ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪਰ ਗੱਲ ਇਹ ਹੈ ਵੀ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਜਿਹੜੇ ਹਰ ਰੋਜ਼ ਗੁਰੂ ਦਾ ਇਤਿਹਾਸ ਸੁਣਦੇ ਆ, ਸਾਖੀਆਂ ਸੁਣਦੇ ਆ, ਗੁਰੂ ਦੇ ਜੀਵਨ ਦੇ ਬਾਬਤ ਵਿਚਾਰ ਸੁਣਦੇ ਆ, ਔਰ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਰਸਨਾ 'ਤੇ ਵਸਾਇਆ ਹੋਇਆ, ਮਨ ਵਿੱਚ ਸਥਿਰ ਕਰ ਲਿਆ, ਸਤਿਗੁਰੂ ਦੀ ਦਇਆ ਦ੍ਰਿਸ਼ਟੀ ਦੇ ਪਾਤਰ ਉਹ ਹੁੰਦੇ ਆ। ਜਣਾ ਖਣਾ ਪਾਤਰ ਨਹੀਂ ਹੋ ਸਕਦਾ। ਬਸ ਗੱਲ ਇਹ ਹੈ। ਸੋ ਇਸ ਕਰਕੇ ਇਸ ਗੱਲ ਦੇ ਉੱਪਰ ਕੋਈ ਤਰਕ ਨਹੀਂ ਹੋਣੀ ਚਾਹੀਦੀ। ਅੱਜ ਦੇ ਸਮੇਂ ਦੇ ਵਿੱਚ ਵੀ ਜਿੱਥੇ ਡਾਕਟਰ ਬਾਹਾਂ ਖੜੀਆਂ ਕਰ ਜਾਂਦੇ ਆ ਨਾ, ਉੱਥੇ ਗਰੀਬ ਨਵਾਜ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਪੜ੍ਹ ਕੇ ਕਿੰਨੇ ਕਿੰਨੇ ਵੱਡੇ ਰੋਗੀ ਆਪਣਾ ਰੋਗ ਨਿਰਵਿਰਤ ਕਰ ਲੈਂਦੇ ਆ। ਇੱਕ ਸੰਸਥਾ ਵੀ ਬਣੀ ਹੋਈ ਹੈ ਜਿਹੜੀ ਗੁਰੂ ਕੇ ਬਾਣੀ ਦੇ ਸ਼ਬਦਾਂ ਦੇ ਨਾਲ ਹੀ ਇਲਾਜ ਕਰਦੀ ਹੈ। ਇਲਾਜ, ਬਿਮਾਰੀਆਂ ਦਾ ਇਲਾਜ ਗੁਰੂ ਸ਼ਬਦ ਦੇ ਆਸਰੇ ਹੋ ਰਿਹਾ ਹੈ। ਸੋ ਇਸ ਕਰਕੇ ਪ੍ਰਤੱਖ ਸਰੀਰ ਵਿੱਚ ਵਰਤਦਿਆਂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਸਿੱਖਾਂ ਨੂੰ ਇਹ ਨਿਰੋਗਤਾ ਦਾ ਬਲ ਦੇਣਾ, ਦੁੱਖ ਦੂਰ ਕਰਕੇ ਜ਼ਖਮਾਂ ਦੀ ਪੀੜਾ ਹਰ ਕੇ ਸੁੱਖ ਦੇਣਾ, ਇਹ ਕੋਈ ਅਤ ਕਥਨੀ ਨਹੀਂ ਹੈ। ਨਾ ਇਹਨੂੰ ਚਮਤਕਾਰ ਨਾਲ ਜੋੜਿਆ ਜਾਵੇ, ਨਾ ਇਹਨੂੰ ਕਰਾਮਾਤ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ। ਇਹ ਸਿੱਖਾਂ ਦੀ ਸੇਵਾ ਹੈ, ਸਿੱਖਾਂ ਦੀ ਭਾਵਨਾ ਹੈ। ਸੇਵਾ ਅਤੇ ਭਾਵਨਾ ਨੂੰ ਹਮੇਸ਼ਾ ਸਿੱਖਾਂ ਦੀ ਨੂੰ ਭਾਗ ਲੱਗਦੇ ਹੈ, ਸਫਲ ਹੁੰਦੀ ਹੈ। ਜੋ ਜਿੰਨੀ ਕੁ ਸੇਵਾ ਕਮਾਉਂਦਾ ਹੈ, ਉਨੀ ਕੁ ਗੁਰੂ ਚਰਨਾਂ ਦੇ ਵਿੱਚੋਂ ਉਸ ਨੂੰ ਬਰਕਤ ਪ੍ਰਾਪਤ ਹੋ ਜਾਂਦੀ ਹੈ। ਸੋ ਜੇ ਵੇਖ ਵੀ ਲਿਆ ਜਾਵੇ ਕਰਾਮਾਤ ਦੇ ਨਾਲ ਜੋੜ ਕੇ, ਤਾਂ ਕੋਈ ਵੱਡਾ ਗੁਨਾਹ ਨਹੀਂ। ਕਮਾਲੇ ਕਰਾਮਾਤ ਹੈ ਵਾਹਿਗੁਰੂ ਕਾਇਮ ਕਰੀਮ। ਸੋ ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਪਾਈ ਦਇਆ ਦ੍ਰਿਸ਼ਟੀ ਸਿੱਖਾਂ ਦੇ ਜ਼ਖਮਾਂ ਦੇ ਉੱਪਰ, ਔਰ ਸਿੱਖਾਂ ਦੇ ਜ਼ਖਮਾਂ ਦੀ ਪੀੜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੀ ਨਿਗਾਹ ਦੀ ਨਿੱਘ ਦੇ ਨਾਲ ਦੂਰ ਕਰ ਦਿੱਤੀ ਹੈ ਜੀ। ਜਹ ਸਤਿਗੁਰ ਸਭ ਦਲ ਜੁਤ ਖਰੇ, ਜਿੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰੇ ਦਲ ਦੇ ਸਮੇਤ ਖਲੋਤੇ ਹੋਏ ਸੀ, ਤਿਆਰ ਹੋਏ ਤਹ ਆਵਨ ਕਰੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਸਾਰਾ ਪਰਿਵਾਰ, ਸਭ ਸਿੱਖ ਕਰਤਾਰਪੁਰ ਸਾਹਿਬ ਜਿਨ੍ਹਾਂ ਨੇ ਸਿੱਖਾਂ ਨੇ ਸਤਿਗੁਰਾਂ ਦਾ ਹੁਕਮ ਸੁਣਿਆ, ਸੱਚੇ ਪਾਤਸ਼ਾਹ ਦੇ ਪਾਸ ਆ ਗਏ ਜੀ। ਗੁਰ ਘਰ ਕੇ ਸਮਾਜ ਵੱਡ ਭਾਰੇ, ਗੁਰੂ ਘਰ ਦਾ ਜਿਹੜਾ ਭਾਰੀ ਸਮਾਨ ਸੀ, ਧਰੇ ਤਹਾਂ ਹੀ ਸਰਬ ਸੰਭਾਰੇ। ਉਹ ਸਾਰਾ ਉੱਥੇ ਰੱਖ ਦਿੱਤਾ ਕਰਤਾਰਪੁਰ ਸਾਹਿਬ ਹੀ ਸੰਭਾਲ ਕਰਕੇ। ਲੈ ਸਭ ਹਿਨ ਕੋ ਸੰਗ ਲਵਾਇਓ, ਲੈ ਕਰਕੇ ਸਾਰਿਆਂ ਦੇ ਤਾਈਂ, ਸਾਰਿਆਂ ਨੂੰ ਆਪਣੇ ਨਾਲ ਲੈ ਕਰਕੇ ਮਿਲਾ ਕਰਕੇ। ਵਿਧੀ ਚੰਦ ਗੁਰ ਕੇ ਢਿਗ ਆਇਓ, ਫਿਰ ਬਾਬਾ ਵਿਧੀ ਚੰਦ ਸਾਹਿਬ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਪਹੁੰਚੇ। ਹਾਥ ਜੋਰ ਸਭ ਗਾਥ ਬੁਝਾਰੀ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਨਮੁਖ ਹੱਥ ਜੋੜੇ। ਹੱਥ ਜੋੜ ਕੇ ਸਾਰੀ ਗੱਲ ਦੱਸੀ, ਜਿਸ ਤਰੀਕੇ ਨਾਲ ਨਗਰ ਦੇ ਵਿੱਚੋਂ ਸਮਾਨ ਜਥਾ ਜੋਗ ਵਰਤਨ ਯੋਗ
ਜੋ ਜੋ ਸਤਿਗੁਰਾਂ ਦੇ ਪਾਸ ਲੈ ਕੇ ਆਂਦਾ ਹੈ, ਜਿਹੜੇ ਜਿਹੜੇ ਜੀ ਨਾਲ ਆਏ, ਸਭ ਕੁਝ ਦੱਸਿਆ ਸੱਚੇ ਪਾਤਸ਼ਾਹ ਦੇ ਤਾਏ। ਪ੍ਰਭ ਜੀ ਚਲ ਆਏ ਸਮੁਦਾਈ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰੇ ਚੱਲ ਕੇ ਆ ਗਏ ਹਨ ਮੇਰੇ ਨਾਲ। ਜੇਤਿਕ ਸਕਟਨ ਪਰ ਲੱਦ ਗਇਓ, ਜਿੰਨਾ ਕੁ ਸਮਾਨ ਗੱਡਿਆਂ ਦੇ ਉੱਪਰ ਲੱਦਿਆ ਗਿਆ ਹੈ, ਕੇਤਿਕ ਸਮਾਜ ਸੰਗ ਕਰ ਲਿਓ। ਉਹਨਾਂ ਕੁ ਸਮਾਜ ਆਪ ਜੀ ਦੇ ਆਦੇਸ਼ ਅਨੁਸਾਰ ਵਰਤੋਂ ਦਾ ਉਹਨਾਂ ਕੁ ਸਮਾਨ ਨਾਲ ਲੈ ਲਿਆ ਹੈ। ਧੀਰ ਮੱਲ ਕੋ ਕਹਿਓ ਕਨੇਰੇ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਧੀਰਮਲ ਦੇ ਤਾਈ ਮੈਂ ਬਹੁਤ ਜ਼ੋਰ ਲਾਇਆ, ਉਹਨੂੰ ਬੜੀ ਵੇਰ ਆਖਿਆ, ਸੋ ਨਹਿ ਆਏ ਬਰਾਬਰ ਨੇਰੇ। ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਉਹ ਨਹੀਂ ਚੱਲ ਕਰਕੇ ਆਪ ਜੀ ਦੇ ਪਾਸ ਪਹੁੰਚਿਆ ਹੈ। ਕਹਿਤ ਸੋ ਤਜੋ ਨਾ ਪੁਰ ਕਰਤਾਰ, ਮਹਾਰਾਜ ਉਹ ਧੀਰਮਲ ਕਹਿੰਦਾ ਵੀ ਮੈਂ ਕਰਤਾਰਪੁਰ ਸਾਹਿਬ ਨਗਰ ਨੂੰ ਛੱਡਣਾ ਨਹੀਂ ਹੈ। ਰਹਿਓ ਸਮਾਜ ਸੋ ਲਿਓ ਸੰਭਾਰ, ਜਿਹੜਾ ਸਮਾਨ ਗੱਡਿਆਂ ਤੇ ਨਹੀਂ ਨਾ ਲੱਦਿਆ ਗਿਆ ਸੱਚੇ ਪਾਤਸ਼ਾਹ, ਉਹ ਸਾਰਾ ਸਮਾਨ ਗੁਰੂ ਘਰ ਦਾ ਧੀਰਮਲ ਨੇ ਸੰਭਾਲਿਆ ਆਪਣੇ ਪਾਸ। ਨਹਿ ਚਾਹਤ ਚਿਤ ਸੰਗ ਤੁਮਾਰਾ, ਮਹਾਰਾਜ ਉਹ ਆਪਣੇ ਹਿਰਦੇ ਤੋਂ ਹੁਣ ਤੁਹਾਡੀ ਸੰਗਤ ਨਹੀਂ ਚਾਹੁੰਦਾ, ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ। ਇਹ ਹੌਲੇ ਹਿਰਦਿਆਂ ਦੀ ਨਿਸ਼ਾਨੀ ਹੁੰਦੀ ਹੈ, ਮਾੜੀ ਕਿਸਮਤ ਦੇ, ਇਹ ਮਾੜੇ ਦਿਨਾਂ ਦੇ ਲੱਛਣ ਹੁੰਦੇ ਹੈ। ਜਦੋਂ ਕਿਸੇ ਸਹੀ ਪੁਰਸ਼ ਦਾ ਸਾਥ ਕਰਨ ਨੂੰ ਮਨ ਨਾ ਕਰੇ, ਸਮਝ ਲਓ ਮਾੜੇ ਦਿਨ, ਕਰਮ ਮਾੜੇ ਹੋ ਗਏ। ਪੋਤਰਾ ਹੈ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਗੋਦ ਦਾ ਆਨੰਦ ਮਾਣਿਆ, ਉਸੇ ਗੋਦ ਵਿੱਚ ਖੇਡਿਆ ਜਿਹੜੀ ਚ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਖੇਡਦੇ ਰਹੇ। ਉਸੇ ਗੋਦ ਵਿੱਚ ਪਲਿਆ ਜਿਹੜੀ ਗੋਦ ਦਾ ਨਿੱਘ ਬਾਬਾ ਅਟਲ ਰਾਏ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਿਤਾ ਜੀ ਨੇ ਮਾਣਿਆ ਹੈ। ਉਸੇ ਗੋਦ ਵਿੱਚ ਖੇਡਿਆ ਜਿਹੜੀ ਗੋਦ ਦੇ ਵਿੱਚ ਸਤਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਛੋਟੇ ਸਪੁੱਤਰ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਖੇਡਦੇ ਰਹੇ ਹਨ। ਸੋ ਕੀ ਹੋਇਆ, ਸਾਰਾ ਪਰਿਵਾਰ ਗੁਰੂ ਦੀ ਆਗਿਆ ਵਿੱਚ ਹੈ, ਸਭ ਸਿੱਖ ਗੁਰੂ ਦੇ ਹੁਕਮ ਦੇ ਵਿੱਚ ਹੈ। ਗੁਰੂ ਗਰੀਬ ਨਵਾਜ ਦਾ ਹੁਕਮ ਸੁਣਦਿਆਂ ਸਾਰ ਸਭ ਨੇ ਤਿਆਰੀ ਕਰ ਲਈ। ਧੀਰਮਲ ਦੇ ਕਰਮ ਹੀ ਐਸੇ ਹੈ ਨਾ, ਆਪਣਾ ਖੂਨ ਹੈ, ਪਰ ਫਿਰ ਵੀ ਮਨ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਥ ਨਹੀਂ ਚਾਹੁੰਦਾ, ਮਤਲਬ ਆਪਣੇ ਆਪ ਨੂੰ ਸੁਧਾਰਨਾ ਨਹੀਂ ਚਾਹੁੰਦਾ ਹੈ। ਬਕਰ ਬਾਕ ਪ੍ਰਤਕੂਲ ਉਚਾਰਾ, ਬਾਬਾ ਵਿਧੀ ਚੰਦ ਸਾਹਿਬ ਜੀ ਦੱਸਣ ਲੱਗੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਟੇਢੇ ਵਚਨ ਕਹੇ, ਕੁਝ ਸਖਤ ਅਯੋਗ ਵਚਨ, ਜਿਹੜੇ ਆਪ ਜੀ ਦੀ ਹਸਤੀ ਦੇ ਯੋਗ ਨਹੀਂ ਸੀ, ਔਰ ਕੁਛ ਕੁ ਪ੍ਰਤਕੂਲ ਉਲਟ ਵਚਨ ਵੀ ਕਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਨਿਜ ਮਾਤਾ ਕੋ ਰਾਖਿਓ ਪਾਸ, ਔਰ ਆਪਣੇ ਮਾਤਾ ਜੀ ਨੂੰ ਹੀ ਆਪਣੇ ਪਾਸ ਰੱਖ ਲਿਆ ਉਹਨਾਂ ਨੇ। ਕਹਿ ਬਹੁ ਵਿਦ ਕੀ ਪ੍ਰੀਤ ਆਵਾਸ, ਕਹਿੰਦਾ ਮੇਰੀ ਬੜੇ ਤਰੀਕਿਆਂ ਦੀ ਪ੍ਰੀਤੀ ਹੈ, ਇਸ ਘਰ ਦੇ ਨਾਲ ਮੇਰਾ ਪ੍ਰੇਮ ਹੈ, ਮੇਰਾ ਮੋਹ ਹੈ। ਵਡਨ ਹਮਾਰੇ ਨਗਰ ਬਸਾਇਓ, ਸਾਡੇ ਵੱਡਿਆਂ ਨੇ ਇਸ ਨਗਰ ਨੂੰ ਇੱਥੇ ਵਸਾਇਆ ਸੀ, ਕਰਤਾਰਪੁਰ ਸਾਹਿਬ ਨਗਰ ਦੇ ਤਾਈ। ਬਿਲ ਤੁਰਕਨ ਸੋ ਰਹਿ ਇਥਾਇਓ, ਇਸ ਕਰਕੇ ਮੈਂ ਤੇ ਤੁਰਕਾਂ ਦੇ ਨਾਲ ਮਿਲਾਪ ਕਰਕੇ ਹਮੇਸ਼ਾ ਹੀ ਇੱਥੇ ਰਹਿਣਾ, ਮੈਂ ਇੱਥੇ ਹੀ ਵਸਣਾ ਹੈ। ਹਮ ਨਹਿ ਤਿਨ ਸੋ ਵੈਰ ਕਮਾਵੈ, ਕਹਿੰਦਾ ਮੈਂ ਨਹੀਂ ਉਹਨਾਂ ਦੇ ਨਾਲ ਅੱਗੇ ਵੈਰ ਕਮਾਉਣਾ, ਹੁਣ ਉਹਨਾਂ ਦੇ ਨਾਲ ਕੋਈ ਦਵੈਸ਼ ਨਹੀਂ ਰੱਖਣਾ। ਤੁਰਕਨ ਕੇ ਅਨੁਸਾਰ ਬਿਤਾਵੈ, ਮੈਂ ਆਪਣੀ ਰਹਿੰਦੀ ਉਮਰ ਤੁਰਕਾਂ ਦੇ ਅਨੁਸਾਰੀ ਹੋ ਕੇ ਤੁਰਕਾਂ ਦੀ ਆਗਿਆ ਦੇ ਵਿੱਚ ਰਹਿ ਕੇ ਹੀ ਬਤੀਤ ਕਰਾਂਗਾ। ਸ੍ਰੀ ਗੁਰੂ ਗ੍ਰੰਥ ਰਾਖ ਕਰ ਲੀਨੋ, ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਇੱਥੇ ਪ੍ਰਕਾਸ਼ ਸੀ ਕਰਤਾਰਪੁਰ ਸਾਹਿਬ ਨਗਰ, ਉਹ ਵੀ ਉਸਨੇ ਰੱਖ ਲਿਆ ਹੈ ਜੀ। ਗੁਪਤ ਛਪਾਵਨ ਕਿਤ ਹੂੰ ਕੀਨੋ, ਕਿਸੇ ਗੁਪਤ ਜਗ੍ਹਾ ਦੇ ਉੱਪਰ ਲਕੋਲਿਆ ਹੈ, ਉਸਨੇ ਲੱਭਦਾ ਨਹੀਂ ਹੈ ਜੀ। ਖੋਜ ਰਹੇ ਸੋ ਹਾਥ ਨਾ ਆਇਓ, ਅਸੀਂ ਕੋਸ਼ਿਸ਼ ਵੀ ਕੀਤੀ ਬਹੁਤ ਲੱਭਣ ਦੀ, ਪਰ ਫਿਰ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਪਾਵਨ ਸਰੂਪ ਪ੍ਰਾਪਤ ਨਹੀਂ ਹੋ ਸਕਿਆ। ਤਾਰੋ ਕਠਨ ਕੋਠਰੇ ਲਾਇਓ,
ਕਿਸੇ ਕੋਠੇ ਦੇ ਵਿੱਚ ਰੱਖ ਕੇ ਬੜਾ ਮਜ਼ਬੂਤ ਤਾਲਾ ਲਾ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਉਸਨੇ। ਕਹੈ ਸੋ ਮੈਂ ਇਹ ਰਾਖਨ ਕਰਾਂ। ਇਉਂ ਜਿੱਦ ਕਰਦਾ ਵੀ ਇਹ ਪਾਵਨ ਸਰੂਪ ਆ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ, ਮੈਂ ਹੀ ਆਪਣੇ ਪਾਸ ਰੱਖਣਾ, ਮੈਂ ਨਹੀਂ ਦੇਣਾ। ਇਸ ਕੀ ਆਸ ਏਕ ਮਨ ਧਰਾਂ। ਕਹਿੰਦਾ ਇਸੇ ਦੀ ਇੱਕ ਆਸਾ ਮੈਂ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਦੀ। ਜਿਸ ਤੇ ਚਲੈ ਮੋਰ ਗੁਜ਼ਰਾਨਾ। ਜਿਸ ਸਰੂਪ ਦਾ ਕਰਕੇ ਪਿੱਛੋਂ ਮੇਰਾ ਗੁਜ਼ਰਾਨ ਚੱਲੇਗਾ, ਖਰਚਾ ਪਾਣੀ, ਰੋਟੀ ਪਾਣੀ ਦਾ ਜੋ ਖਰਚਾ ਹੈ, ਜੋ ਮੇਰੀਆਂ ਲੋੜਾਂ ਹੈ, ਉਹ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਰਕੇ ਪੂਰੀਆਂ ਹੋਣਗੀਆਂ। ਖਾਨ ਪਾਨ ਕੋ ਖਰਚ ਮਹਾਨਾ। ਮੇਰਾ ਖਾਣ ਪੀਣ ਦਾ ਸਾਰਾ ਭਾਰੀ ਖਰਚਾ ਜੋ ਹੈ ਇਸੇ ਸਰੂਪ ਕਰਕੇ ਹੀ ਨਿਰਵਾਹ ਹੋਏਗਾ ਮੇਰਾ। ਜੋਰ ਪਾਏ ਕਰ ਹੋਏ ਬਖੇਰਾ। ਬਾਬਾ ਵਿਧੀ ਚੰਦ ਸਾਹਿਬ ਕਹਿਣ ਲੱਗੇ ਮਹਾਰਾਜ ਜੇ ਜ਼ੋਰ ਪਾਵਾਂਗੇ ਫਿਰ ਝਗੜਾ ਹੋਏਗਾ, ਲੜਾਈ ਹੋਏਗੀ। ਕਹੋ ਤਾ ਲੈ ਆਵਹਿ ਇਸ ਬੇਰਾ। ਜੇ ਤੁਸੀਂ ਕਹੋ, ਜੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਤੇ ਅਸੀਂ ਲੈ ਆਉਣੇ ਆ ਇਸ ਵੇਲੇ, ਜੇ ਆਪ ਜੀ ਦਾ ਹੁਕਮ ਹੋਵੇ। ਬਾਬਾ ਵਿਧੀ ਚੰਦ ਸਾਹਿਬ ਸਮਰੱਥ ਹੈ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਦੇ ਬੋਲ ਹੈ, ਮੇਰੇ ਵਿੱਚ ਤੇ ਵਿਧੀ ਚੰਦ ਵਿੱਚ ਕੋਈ ਫਰਕ ਨਹੀਂ ਹੈ। ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਪਰ ਫਿਰ ਵੀ ਬਾਬਾ ਵਿਧੀ ਚੰਦ ਸਾਹਿਬ ਨੇ ਮਰਜ਼ੀ ਨਹੀਂ ਕੀਤੀ। ਬੇਸ਼ੱਕ ਉਮਰ ਦੇ ਵਿੱਚ ਧੀਰਮਲ ਬੜਾ ਛੋਟਾ ਸੀ ਬਾਬਾ ਵਿਧੀ ਚੰਦ ਸਾਹਿਬ ਤੋਂ, ਔਰ ਪਤਾ ਵੀ ਸੀ ਵੀ ਅਜੋਗ ਕੰਮ ਕਰਦਾ ਹੈ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਵਿਰੁੱਧ ਬੋਲਦਾ ਹੈ। ਪਰ ਫਿਰ ਵੀ ਗੁਰੂ ਸਾਹਿਬ ਜੀ ਦੀ ਆਗਿਆ ਲੈਣੀ ਜ਼ਰੂਰੀ ਸਮਝੀ ਵੀ ਗੁਰੂ ਕੀ ਅੰਸ਼ ਹੈ, ਇਹਨਾਂ ਨਾਲ ਕੁਛ ਵੀ ਵਰਤਾਵ ਕਰਨ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦੀ ਆਗਿਆ ਲਵਾਂ। ਮਹਾਰਾਜ ਝਗੜਾ ਕਰਕੇ ਸਰੂਪ ਪ੍ਰਾਪਤ ਹੋ ਸਕਦਾ, ਜੇ ਤੁਸੀਂ ਆਗਿਆ ਕਰੋ ਤਾਂ ਅਸੀਂ ਝਗੜਾ ਕਰਕੇ ਲੜਾਈ ਕਰਕੇ ਵਾਪਸ ਲੈ ਲੈਂਦੇ ਹਾਂ ਸਰੂਪ। ਸਾਡੇ ਅੱਜ ਦੇ ਸਿੱਖਾਂ ਦੇ ਮੱਤ ਵੇਖ ਲਓ, ਜਿਨ੍ਹਾਂ ਦੇ ਖਿਲਾਫ ਬੋਲਣ ਦੀ ਸਾਡੇ ਗੁਰੂਆਂ ਨੇ ਆਗਿਆ ਵੀ ਨਹੀਂ ਸੀ ਦਿੱਤੀ, ਅਸੀਂ ਉਹਨਾਂ ਨੂੰ ਵੀ ਨਹੀਂ ਬਖਸ਼ਦੇ। ਤੇ ਹੈ ਅਸੀਂ ਗੁਰੂ ਕੇ ਸਿੱਖ ਹਾਂ। ਸਿੱਖੀ ਬੜੇ ਦੂਰ ਹੈ। ਬੜਾ ਸਮਝ ਕੇ ਸਿੱਖ ਦਾ ਬਚਨ ਬੜਾ ਸਹਿਜ ਦੇ ਵਿੱਚ ਹੋਣਾ ਚਾਹੀਦਾ ਹੈ, ਉੱਚੀ ਮੱਤ ਵਾਲਾ, ਵਿਚਾਰ ਵਾਲਾ ਹੋਣਾ ਚਾਹੀਦਾ ਹੈ। ਸੋ ਮੈਂ ਤੇ ਅੱਗੇ ਹਰ ਰੋਜ਼ ਹੀ ਕਰਦਾ ਬੇਨਤੀ, ਗੁਰੂ ਸਾਹਿਬ ਜੀ ਦੇ ਵਚਨ ਆਪਾਂ ਭੁੱਲ ਨਾ ਜਾਈਏ। ਨਿੰਦਾ ਭੁਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ। ਕਿਸੇ ਦੀ ਨਿੰਦਿਆ ਚੰਗੀ ਨਹੀਂ ਹੈ, ਗੁਰੂ ਕੇ ਸਾਹਿਬਜ਼ਾਦਿਆਂ ਦੀ ਤੇ ਕਤਾਈ ਨਹੀਂ। ਔਰ ਉਹ ਵੀ ਬਾਬਾ ਸ਼੍ਰੀ ਚੰਦ ਸਾਹਿਬ ਵਰਗੀ ਹਸਤੀ, ਬਾਬਾ ਗੁਰਦਿੱਤਾ ਸਾਹਿਬ ਵਰਗੀ ਹਸਤੀ ਗੁਰੂ ਕੇ ਉਹਨਾਂ ਸਪੁੱਤਰਾਂ ਦੀ ਤੇ ਕਦੇ ਵੀ ਨਹੀਂ। ਸੋ ਇਸ ਕਰਕੇ ਪਹਿਲੋਂ ਵਿਚਾਰਵਾਨ ਹੋਵੋ, ਪਹਿਲੋਂ ਆਪਣੀ ਮੱਤ ਨੂੰ ਖੋਲ੍ਹੋ, ਪਹਿਲਾਂ ਸਮਝ ਲਈਏ ਵੀ ਸਿੱਖ ਦੇ ਲਈ ਕੀ ਸੁਣਨਾ ਯੋਗ ਹੈ ਤੇ ਕੀ ਨਹੀਂ, ਕੀ ਬੋਲਣਾ ਯੋਗ ਹੈ ਤੇ ਕੀ ਨਹੀਂ। ਇਹ ਵਿਚਾਰ ਤੇ ਪ੍ਰਾਪਤ ਕਰ ਲਈਏ। ਜੇ ਜੀਵਨ ਦੇ ਵਿੱਚ ਸਹਿਜ ਹੀ ਨਹੀਂ ਆਇਆ, ਫਿਰ ਸਿੱਖੀ ਧਾਰਨ ਕਰਨ ਦਾ ਲਾਭ ਵੀ ਕੀ ਹੋਇਆ। ਜਿਵੇਂ ਪਹਿਲਾਂ ਪ੍ਰਣਾਲੇ ਵਰਗੋਂ ਬੋਲੀ ਜਾਂਦੇ ਸੀ, ਬਾਅਦ ਦੇ ਵਿੱਚ ਵੀ ਉਵੇਂ ਨੁਚੜੀ ਗਏ ਜ਼ਬਾਨ ਦੇ ਤੋਂ ਬਚਣ, ਗੁੱਸੇ ਦੇ ਸਮੇਤ ਹੀ, ਕ੍ਰੋਧ ਦੇ ਸਮੇਤ ਹੀ, ਬਿਨਾਂ ਸਮਝ ਵਿਚਾਰ ਤੋਂ, ਤੇ ਸਿੱਖੀ ਅਪਣਾਉਣ ਦਾ ਫਿਰ ਲਾਭ ਵੀ ਕੀ ਹੋਇਆ। ਸਿੱਖ ਤੇ ਖੰਡਿਆਂ ਦੀ ਧਾਰ ਸਹਿੰਦੇ ਸੀ ਆਪਣੇ ਸਰੀਰਾਂ ਤੇ, ਸਿੱਖ ਤੇ ਨੇਜਿਆਂ ਦੀਆਂ ਤਿੱਖੀਆਂ ਨੋਕਾਂ ਸਹਾਰਦੇ ਸੀ ਆਪਣੇ ਚੰਮ ਤੇ, ਚਮੜੀਆਂ ਉਲਟੀਆਂ ਲਵਾਈਆਂ ਸਿੱਖਾਂ ਨੇ, ਪਰ ਫਿਰ ਵੀ ਕਿਸੇ ਨੂੰ ਮੰਦਾ ਬੋਲ ਨਹੀਂ ਬੋਲਿਆ। ਇਹ ਸਾਡੇ ਮੱਤ ਕਰਲੇ ਬੰਨੇ ਨੂੰ ਤੁਰ ਪਈ ਹੈ। ਸਿੱਖੀ ਦੀ ਅਸੀਂ ਵਿਆਖਿਆ ਕੀ ਕਰਨ ਲੱਗ ਪਏ ਹਾਂ। ਗੁਰੂ ਬਚਾਵੇ, ਮਿਹਰ ਕਰੇ ਗਰੀਬ ਨਵਾਜ ਸੱਚੇ ਪਾਤਸ਼ਾਹ। ਸੋ ਬਾਬਾ ਵਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਾਪਤ ਹੋ ਸਕਦਾ, ਪਰ ਆਪ ਜੀ ਦੀ ਆਗਿਆ ਲੈਣ ਵਾਸਤੇ ਆਏ ਆ ਗਰੀਬ ਨਵਾਜ ਜੀਓ। ਸ਼੍ਰੀ ਹਰਗੋਬਿੰਦ ਲਖੀ ਖੁਟਾਈ। ਉਸ ਸਮੇਂ ਮੀਰੀ ਪੀਰੀ ਦੇ ਮਾਲਕ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੀਰਮਲ ਦੇ ਹਿਰਦੇ ਦੀ ਜਿਹੜੀ ਖਟਿਆਈ ਸੀ ਨਾ, ਦਵੈਤ ਸੀ, ਜਿਹੜਾ ਕਪਟ ਸੀ, ਛਲ ਸੀ, ਉਸ ਛਲ ਨੂੰ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਜਾਣ ਲਿਆ ਹੈ ਜੀ। ਅਗਰ ਤੁਰਕ ਢਿਗ ਪੱਤਰ ਪਠਾਈ, ਕਿ ਇਹ ਭਵਿੱਖ ਦੇ ਸਮੇਂ ਦੇ ਵਿੱਚ ਵੀ ਅੱਗੇ ਤੁਰਕਾਂ ਦੇ ਪਾਸ ਪੱਤਰੀ ਲਿਖ ਕਰਕੇ ਭੇਜੇਗਾ। ਬਹੁਰ ਭਵਿੱਖਤ ਕਰ ਅਪਰਾਧੂ, ਫਿਰ ਇਹਨੇ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਭਾਰੀ ਅਪਰਾਧ ਗੁਨਾਹ ਕਰਨੇ ਹਨ, ਬੜੇ ਭਾਰੀ ਦੋਸ਼ ਕਮਾਉਣੇ ਆ। ਜਥਾ ਸੋ ਪ੍ਰਿਥਿਆ ਪ੍ਰਥਮ ਅਸਾਧੂ, ਜਿਸ ਤਰੀਕੇ ਦੇ ਨਾਲ ਪਹਿਲਾਂ ਦੋਸ਼ ਕਮਾਏ ਪ੍ਰਿਥੀ ਚੰਦ ਨੇ ਸਾਡੇ ਪਿਤਾ ਦੇ ਨਾਲ, ਸਾਡੇ ਨਾਲ, ਉਸੇ ਤਰੀਕੇ ਦੇ ਨਾਲ ਇਹ ਵੀ ਕਮਾਏਗਾ। ਅਸਾਧੂ
ਇਹ ਵੀ ਉਹਨਾਂ ਦੀ ਨਿਆਈ ਅਸਾਧ ਹੋਏਗਾ, ਆਪਣੇ ਮਨ ਨੂੰ ਆਪਣੇ ਸਰੀਰ ਨੂੰ ਸਾਧ ਨਹੀਂ ਸਕੇਗਾ, ਆਪਣੇ ਕਰਮਾਂ ਨੂੰ ਪਵਿੱਤਰ ਨਹੀਂ ਕਰ ਸਕੇਗਾ। ਇਹਦੇ ਕਰਮਾਂ ਦੇ ਵਿੱਚ ਵੀ ਪ੍ਰਿਥੀ ਚੰਦ ਦੇ ਵਾਂਗੂ ਦੋਸ਼ ਹੀ ਨਿਕਲਣਗੇ। ਆਪ ਸਜ਼ਾਏ ਜੇ ਕਛੂ ਦਿਵਾਵੈ, ਜੇ ਹੁਣ ਅਸੀਂ ਇਸ ਦੇ ਤਾਈਂ ਕੋਈ ਸਜ਼ਾ ਦਿਵਾਉਣੇ ਹਾਂ ਆਪਣੇ ਸਿੱਖਾਂ ਦੇ ਪਾਸੋਂ, ਨੀਕੀ ਨਹੀਂ ਕਿਸੂ ਮਨ ਭਾਵੈ, ਉਹ ਗੱਲ ਚੰਗੀ ਨਹੀਂ ਹੈ, ਨਾ ਕਿਸੇ ਦੇ ਮਨ ਨੂੰ ਉਹ ਗੱਲ ਚੰਗੀ ਲੱਗਣੀ ਹੈ। ਹੋਏ ਅਦਕ ਹੀ ਅਵਗੁਣਿਆਰੋ, ਇਹਨੇ ਭਵਿੱਖ ਦੇ ਸਮੇਂ ਦੇ ਵਿੱਚ ਬਹੁਤ ਭਾਰੀ ਔਗਣਿਆਰਾ ਹੋ ਜਾਣਾ ਬੇਸ਼ੱਕ। ਤਉ ਅੰਤ ਕੋ ਅਹ ਹਮਾਰੋ, ਤਾਂ ਵੀ ਅੰਤ ਦੇ ਸਮੇਂ ਹੈ ਤੇ ਸਾਡਾ ਹੀ ਹੈ ਨਾ, ਸਾਡੀ ਅੰਸ਼ ਹੈ, ਇਸ ਕਰਕੇ ਹੈ ਤੇ ਅੰਤ ਦੇ ਸਮੇਂ ਨੂੰ ਫਿਰ ਵੀ ਸਾਡਾ। ਇਤਿਆਦਿਕ ਬਹੁ ਹਿਰਦੈ ਵਿਚਾਰੀ, ਇਤਿਆਦਿਕ ਬਹੁਤ ਸਾਰੀਆਂ ਗੱਲਾਂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਨੇ ਵਿਚਾਰੀਆਂ ਆਪਣੇ ਹਿਰਦੇ ਵਿੱਚ। ਸ਼੍ਰੀ ਹਰਗੋਬਿੰਦ ਗਿਰਾ ਉਚਾਰੀ, ਫਿਰ ਉਸ ਸਮੇਂ ਬਚਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਬਿਧੀ ਚੰਦ ਸਾਹਿਬ ਤਾਈਂ। ਕੁਛ ਨਹਿ ਕਹਹੁ ਚਾਹੈ ਕੋ ਕਰਹਿ, ਗਰੀਬ ਨਵਾਜ ਕਹਿਣ ਲੱਗੇ ਕੁਛ ਨਹੀਂ ਕਹਿਣਾ ਧੀਰਮਲ ਨੂੰ, ਜਿਸ ਤਰੀਕੇ ਨਾਲ ਉਹ ਚਾਹੁੰਦਾ ਹੈ ਉਸੇ ਤਰੀਕੇ ਨਾਲ ਕਰਨ ਦੇ, ਉਹਨੂੰ ਕਰ ਲਵੇ ਆਪਣੀ ਮਨ ਮਰਜ਼ੀ। ਗੁਰ ਘਰ ਸੋ ਇਹੋ ਮੇਲ ਨਾ ਧਰਹਿ, ਬਸ ਇੰਨੀ ਗੱਲ ਹੈ ਵੀ ਇਹਦਾ ਗੁਰੂ ਘਰ ਦੇ ਨਾਲ ਹੁਣ ਮਿਲਾਪ ਨਹੀਂ ਹੋਏਗਾ ਅੱਜ ਤੋਂ ਬਾਅਦ। ਇਹਦੇ ਨਾਲ ਗੁਰੂ ਘਰ ਦਾ ਸਾਰਾ ਮਿਲਾਪ ਹੋ ਗਿਆ, ਮੇਲ ਖਤਮ ਹੋ ਗਿਆ। ਪ੍ਰਥਮ ਪ੍ਰਿਥਕ ਪ੍ਰਿਥਿਆ ਜਿਮ ਭਇਓ, ਪਹਿਲਾਂ ਜਿਸ ਤਰੀਕੇ ਦੇ ਨਾਲ ਪ੍ਰਿਥੀ ਚੰਦ ਹੋ ਗਿਆ ਸੀ ਗੁਰੂ ਘਰ ਦੇ ਨਾਲੋਂ, ਇਮ ਇਹ ਰਹਿ ਅਪਰ ਮਗ ਲਿਓ, ਉਸੇ ਤਰੀਕੇ ਦੇ ਨਾਲ ਇਹ ਰਹੇਗਾ ਹੁਣ ਵੱਖਰਾ ਹੋ ਕੇ ਹੋਰ ਰਾਸਤਾ ਅਪਣਾ ਲਵੇਗਾ। ਸੁਨ ਵਿਧੀਏ ਕਰ ਜੋਰ ਅਲਾਇਓ, ਸੁਣ ਕਰਕੇ ਫਿਰ ਉਸ ਸਮੇਂ ਬਾਬਾ ਬਿਧੀ ਚੰਦ ਸਾਹਿਬ ਨੇ ਦੋਵੇਂ ਹੱਥ ਜੋੜੇ ਬੇਨਤੀ ਕੀਤੀ, ਤੁਮ ਆਏ ਸਲੇ ਗ੍ਰੰਥ ਲਿਖਾਇਓ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਹਾਡੀ ਆਗਿਆ ਲੈ ਕੇ ਜਿਹੜਾ ਇੱਕ ਹੋਰ ਗ੍ਰੰਥ ਲਿਖਵਾਇਆ ਜਾ ਰਿਹਾ ਸੀ। ਇੱਕ ਤੇ ਇਹ ਗ੍ਰੰਥ ਇਹ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹੜਾ ਭਾਈ ਗੁਰਦਾਸ ਸਾਹਿਬ ਪਾਸੋਂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਵਾਇਆ ਸੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ। ਇਹ ਸਰੂਪ ਸੀ ਜਿਹੜਾ ਕਰਤਾਰਪੁਰ ਸਾਹਿਬ ਪ੍ਰਕਾਸ਼ ਹੁੰਦਾ ਸੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਹੀ ਰੱਖਿਆ ਔਰ ਇਸ ਦਾ ਉਤਾਰਾ ਕਰਵਾ ਰਹੇ ਸੀ ਗਰੀਬ ਨਵਾਜ ਉਲੱਥਾ। ਇੱਕ ਹੋਰ ਸਰੂਪ, ਇੱਕ ਹੋਰ ਬੀੜ ਬਣਵਾ ਰਹੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਜਿਹੜਾ ਆਪ ਜੀ ਨੇ ਉਹ ਸਰੂਪ ਲਿਖਵਾਇਆ ਹੈ, ਸੱਚੇ ਪਾਤਸ਼ਾਹ ਆਰੰਭ ਕੀਤਾ ਹੈ ਇੱਕ ਹੋਰ ਸਰੂਪ ਲਿਖਵਾਉਣਾ। ਨਹੀਂ ਸੰਪੂਰਨ ਅਬ ਲਓ ਭਇਓ, ਉਹ ਜਿਹੜਾ ਸਰੂਪ ਹੈ ਪਾਵਨ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਹੈ ਜੀ। ਰਾਗ ਬਿਲਾਵਲ ਲਓ ਲਿਖ ਲਿਓ, ਉਹ ਇਸ ਸਰੂਪ ਨੂੰ ਵੇਖ ਕਰਕੇ ਬਿਲਾਵਲ ਰਾਗ ਤੱਕ ਲਿਖਿਆ ਗਿਆ ਹੈ। ਆਦੋ ਰਹਿ ਸੋ ਜਾਨੀ ਪਰ, ਜਾਣਿਆ ਜਾਂਦਾ ਸੱਚੇ ਪਾਤਸ਼ਾਹ ਸਰੂਪ ਅੱਧਾ ਹੀ ਰਹਿ ਜਾਵੇਗਾ, ਸੰਪੂਰਨ ਨਹੀਂ ਹੋਵੇਗਾ। ਦੈਬੋ ਇਹੋ ਨਹੀਂ ਕਿਸ ਕਰੈ, ਕਿਉਂਕਿ ਇਸ ਨੇ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਪਾਵਨ ਸਰੂਪ ਨਹੀਂ ਦੇਣਾ। ਫਿਰ ਜਦੋਂ ਇਹ ਸਰੂਪ ਦੇਗਾ ਹੀ ਨਹੀਂ ਤੇ ਫਿਰ ਹੋਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸ ਤਰੀਕੇ ਨਾਲ ਲਿਖਿਆ ਜਾ ਸਕੇਗਾ। ਸ਼੍ਰੀ ਹਰਗੋਬਿੰਦ ਬਹੁਰ ਉਚਾਰੇ, ਬਾਬਾ ਬਿਧੀ ਚੰਦ ਸਾਹਿਬ ਦੇ ਬਚਨ ਸੁਣ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ, ਆਪਣੀ ਰਸਨਾ ਤੋਂ ਬਾਣੀ ਉਚਾਰੀ। ਗੁਰੂ ਗ੍ਰੰਥ ਲਿਖੀਐ ਜਗ ਸਾਰੇ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾਰੇ ਸੰਸਾਰ ਵਿੱਚ ਹੀ ਲਿਖੇ ਜਾਣਗੇ। ਇੱਕ ਸਰੂਪ ਦੀ ਕੀ ਗੱਲ ਕਰਦੇ ਹੋ ਬਾਬਾ ਜੀ? ਸਾਰੇ ਸੰਸਾਰ ਦੇ ਵਿੱਚ ਸਰੂਪ ਲਿਖੇ ਜਾਇਆ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ। ਪੁਰ ਪੁਰ ਗ੍ਰਾਮਨ ਘਰ ਘਰ ਹੋਏ, ਨਗਰਾਂ ਨਗਰਾਂ ਦੇ ਵਿੱਚ, ਪਿੰਡਾਂ ਪਿੰਡਾਂ ਦੇ ਵਿੱਚ, ਘਰਾਂ ਘਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਹੋਣਗੇ। ਪਠਹਿ ਸੁਨਹਿ ਜਹ ਕਹਿ ਸਭ ਕੋਏ, ਜਿੱਥੇ ਕਿੱਥੇ ਸਭ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ, ਸਤਿਗੁਰਾਂ ਦੀ ਪਾਵਨ ਅਮੁੱਲਕ ਬਾਣੀ ਨੂੰ ਪੜ੍ਹੇਗਾ ਔਰ ਸੁਣੇਗਾ। ਬਹੁਰ ਸਮੋ ਐਸੋ ਹੋਏ ਜਾਏ, ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸਮਾਂ ਆਏਗਾ ਸੰਸਾਰ ਵਿੱਚ ਜਗਤ ਰਾਜ ਹਮ ਸਿੱਖ ਕਮਾਏ, ਕਿ ਇਸ ਸੰਸਾਰ ਦਾ, ਤਮਾਮ ਸੰਸਾਰ ਦਾ ਜਿਹੜਾ ਰਾਜ ਹੈ ਉਹ ਸਾਡੇ ਸਿੱਖ ਕਮਾਉਣਗੇ, ਸਿੱਖ ਰਾਜੇ ਹੋਣਗੇ। ਦੇਸ਼ ਵਿਦੇਸ਼ਨ ਵਧੈ ਪ੍ਰਤਾਪ, ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖਾਂ ਦਾ ਪ੍ਰਤਾਪ ਬਹੁਤ ਭਾਰੀ ਵੱਧ ਜਾਏਗਾ। ਵਾਹਿਗੁਰੂ ਕਹੋ ਜਾਪਹਿ ਜਾਪ, ਦੇਸ਼ਾਂ ਵਿਦੇਸ਼ਾਂ ਦੇ ਲੋਕ
ਸਿੱਖਾਂ ਦੇ ਪ੍ਰਭਾਵ ਦੇ ਹੇਠ ਵਾਹਿਗੁਰੂ ਦੇ ਜਾਪ ਦੇ ਤਾਈਂ ਜਪਣਗੇ ਸਾਰੇ ਹੀ। ਇਸ ਤੇ ਆਦ ਜੇ ਗੁਰ ਘਰ ਦਰੋਹੀ, ਇਸ ਤੋਂ ਇਤਿਆਦਕ ਜਿਹੜੇ ਹੋਰ ਗੁਰੂ ਘਰ ਦੇ ਵਿਰੋਧੀ ਹੈ, ਜਿਹੜੇ ਦਰੋਹੀ ਹੈ, ਗੁਰੂ ਘਰ ਦੇ ਨਾਲ ਦਵੈਸ਼ ਕਮਾਉਣ ਵਾਲੇ ਲੋਕ ਹਨ, ਸਭ ਅਨੁਸਾਰ ਤਿਨਹੋਂ ਕੇ ਹੋਹੀ। ਇਹ ਸਾਰੇ ਦੇ ਸਾਰੇ ਸਿੱਖਾਂ ਦੇ ਅਨੁਸਾਰੀ ਹੋ ਜਾਣਗੇ। ਇੱਕ ਦਿਨ ਸਿੱਖਾਂ ਦੇ ਨਾਲ ਹੀ ਮਿਲ ਕੇ ਚੱਲਣਗੇ, ਸਿੱਖਾਂ ਦੇ ਪ੍ਰਤਾਪ ਵਸ ਸਿੱਖਾਂ ਦੀ ਆਗਿਆ ਵਿੱਚ ਹੋਣਗੇ। ਇਹ ਵੀ ਗ੍ਰੰਥ ਜ਼ੋਰ ਕੋ ਪਾਏ, ਇਹ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੂਪ ਹੈ। ਇੱਕ ਸਮਾਂ ਆਏਗਾ ਜ਼ੋਰ ਹੋਣ ਕਰਕੇ ਸਿੱਖਾਂ ਦਾ, ਲੈ ਹੈ ਆਪਣੇ ਨਿਕਟ ਮੰਗਾਏ। ਸਾਡੇ ਸਿੱਖ ਆਪਣੇ ਪਾਸ ਇਸ ਪਾਵਨ ਸਰੂਪ ਨੂੰ ਵੀ ਮੰਗਾ ਲੈਣਗੇ। ਇਹ ਪਾਵਨ ਸਰੂਪ ਵੀ ਇਹਨਾਂ ਦੇ ਪਾਸ ਨਹੀਂ ਰਹਿ ਸਕੇਗਾ। ਸਾਡੇ ਸਿੱਖ ਦਰਸ਼ਨ ਕਰਨਗੇ ਇਸ ਸਰੂਪ ਦੇ ਵੀ ਖੁੱਲੇ, ਔਰ ਸੇਵਾ ਸੰਭਾਲ ਵੀ ਸਾਡੇ ਸਿੱਖ ਹੀ ਕਰਿਆ ਕਰਨਗੇ। ਤਿੰਨ ਸਿੱਖਨ ਕੇ ਹੋਏ ਅਧੀਨ, ਇਹ ਉਹਨਾਂ ਸਿੱਖਾਂ ਦੇ ਅਧੀਨ ਹੋ ਜਾਣਗੇ ਸਾਰੇ ਦੇ ਸਾਰੇ। ਕਰਹਿ ਜੀਵਕਾ ਆਪਣੀ ਪੀਨ, ਉਹਨਾਂ ਸਮਾਂ ਤੱਕ ਇਹ ਆਪਣੀ ਚੰਗੀ ਰੋਜੀ ਜੇ ਪਾਉਂਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਦੇ ਆਸਰੇ ਤੇ ਰਹਿਣ ਦਿਓ ਇਹਨਾਂ ਦੇ ਪਾਸ। ਆਪਾਂ ਝਗੜਾ ਨਹੀਂ ਕਰਨਾ, ਇਹਨਾਂ ਦੇ ਨਾਲ ਲੜਾਈ ਨਹੀਂ ਲੜਨੀ ਹੈ। ਏਮ ਕਹਿ ਸਤਿਗੁਰ ਤਿਆਰੀ ਕੀਨ, ਇਸ ਤਰੀਕੇ ਨਾਲ ਬਚਨ ਕਰਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਿਆਰੀ ਕਰ ਲਈ। ਬੀਤੀ ਜਾਮ ਜਾਮਨੀ ਤੀਨ, ਇਉਂ ਜਦੋਂ ਗਰੀਬ ਨਵਾਜ ਨੇ ਇੱਥੋਂ ਚਾਲੇ ਪਾਏ ਐ, ਉਸ ਸਮੇਂ ਤੱਕ ਇਹ ਜਿਹੜੀ ਰਾਤ ਹੈ ਇਹਦੇ ਵੀ 3 ਪਹਿਰ ਬਤੀਤ ਹੋ ਚੁੱਕੇ ਹਨ। ਭਾਵ 8 ਪਹਿਰਾਂ ਦਾ ਕਮਰ ਕੱਸਾ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਹੋਇਆ ਜੀ। ਜਹ ਕਹਿ ਪੁਰ ਮਹਿ ਜਰਹਿ ਮਸਾਲ, ਜਿੱਥੇ ਕਿੱਥੇ ਇਸ ਨਗਰ ਦੇ ਵਿੱਚ ਮਸਾਲਾਂ ਜਗ ਰਹੀਆਂ ਹਨ। ਆਏ ਜਾਏ ਬਹੁ ਵਸਤ ਸਮਾਲ, ਆਉਂਦੇ ਹਨ ਜਾਂਦੇ ਹਨ ਲੋਕ ਬਹੁਤ ਸਾਰੀਆਂ ਵਸਤੂਆਂ, ਕਿਉਂਕਿ ਜਿਹੜੇ ਸੈਨਿਕ ਮਰੇ ਹੋਏ ਉਹਨਾਂ ਦੇ ਪਾਸ ਜੋ ਕੀਮਤੀ ਸ਼ੈਆਂ ਸਨ, ਨੇੜੇ ਤੇੜੇ ਦੇ ਲੋਕ ਉਹ ਲਾ ਕੇ ਲਈ ਜਾ ਰਹੇ ਹਨ, ਉਹਨਾਂ ਪਾਸੋਂ ਪ੍ਰਾਪਤ ਕਰ ਕਰਕੇ। ਗੁਰ ਜਹ ਖਰੇ ਤਹਾਂ ਲਗ ਸਾਰੇ, ਜਿੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਇਸ ਨਗਰ ਦੇ ਬਾਰ-ਬਾਰ ਗੰਗਸਰ ਵਾਲੇ ਖੂਹ ਵਾਲੇ ਥਾਂ ਤੇ ਖਲੋਤੇ ਹੋਏ ਸੀ, ਉਥੋਂ ਤੱਕ ਹੀ ਝਾਰ ਮਤਾਬੀ ਦਪਹਿ ਉਦਾਰੇ, ਬਹੁਤ ਸਾਰੀਆਂ ਝਾਰ ਮਤਾਬੀਆਂ ਉਸ ਸਮੇਂ ਪ੍ਰਕਾਸ਼ ਹੋਈਆਂ 4 ਚਫੇਰੇ ਲੋ ਦੇ ਲਈ। ਤਿਮਰ ਬਿਨਾਸੇ ਭਇਓ ਪ੍ਰਕਾਸ਼, ਸਿੱਖਾਂ ਦੇ ਝਾਰ ਮਤਾਬੀਆਂ ਜਲਾਉਣ ਕਰਕੇ ਜਿਹੜਾ ਹਨੇਰਾ ਸੀ ਉਹ ਦੂਰ ਹੋ ਗਿਆ, ਪ੍ਰਕਾਸ਼ ਹੋ ਗਿਆ ਹੈ, ਚਾਨਣ ਹੋ ਗਿਆ ਹੈ। ਜਨ ਦਿਨ ਮਨ ਹੀ ਚੜਿਓ ਆਕਾਸ਼, ਕਹਿੰਦੇ ਸੁਣ ਇਸ ਤਰੀਕੇ ਨਾਲ ਪ੍ਰਤੀਤ ਹੁੰਦਾ ਜਿਵੇਂ ਮੰਨ ਲਓ ਸੂਰਜ ਹੀ ਆਕਾਸ਼ ਦੇ ਵਿੱਚ ਅਸਮਾਨ ਦੇ ਵਿੱਚ ਚੜ ਆਇਆ ਹੋਵੇ। ਸਰਬ ਆਨ ਜਬ ਇਕੱਠੇ ਭਏ, ਇਉਂ ਜਦੋਂ ਸਾਰਾ ਪਰਿਵਾਰ ਸਾਰੇ ਸਿੱਖ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇਸ ਸਥਾਨ ਤੇ ਆ ਕੇ ਇਕੱਤਰ ਹੋਏ। ਕਹਿ ਭਲ ਸੰਭਾਰਨ ਕੀਏ, ਕਹਿ ਕਰਕੇ ਸਭ ਦੇ ਤਾਈਂ ਭਲੀ ਪ੍ਰਕਾਰ ਸਭ ਦੀ ਸੰਭਾਲ ਕੀਤੀ ਹੈ, ਪੁੱਛ ਕੇ ਸਾਰ ਲੈ ਲਈ ਹੈ। ਸਗਰੋ ਗੁਰ ਕੁਟੰਬ ਚਲ ਆਏ, ਜਦੋਂ ਵੇਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਕਿ ਸਾਡਾ ਸਾਰਾ ਪਰਿਵਾਰ ਵੀ ਚੱਲ ਕਰਕੇ ਪਹੁੰਚ ਗਿਆ ਹੈ ਜੀ। ਸੰਗ ਸਿੱਖ ਸੈਨਾ ਸਮੁਦਾਏ, ਔਰ ਨਾਲ ਹੈ ਸਾਰੀ ਫੌਜ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਸੂਰਮੇ ਵੀ। ਪ੍ਰਿਥਕ ਸਭ ਬੂਝਣ ਕੀਨੇ, ਸਾਰੇ ਸਿੱਖ ਸੂਰਮਿਆਂ ਤੋਂ ਵੀ ਵੱਖੋ ਵੱਖਰਾ ਸਭ ਦੇ ਤਾਈਂ ਇਕੱਲੇ ਦੇ ਤਾਈਂ ਹਾਲ ਚਾਲ ਪੁੱਛਿਆ ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਪੁਨ ਪ੍ਰਸਥਾਨ ਹੇਤ ਚਿਤ ਦੀਨੇ, ਫਿਰ ਇਥੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਚਾਲੇ ਪਾਉਣ ਦਾ ਮਨ ਬਣਾ ਲਿਆ ਔਰ ਇਥੋਂ ਚਾਲੇ ਮਾਰਨ ਦੇ ਲਈ ਉਦਮ ਧਾਰਿਆ ਹੈ। ਦੋਹਰਾ ਝਾਰ ਮਤਾਬੀ ਬਹੁ ਜਰੇ, ਸੰਗ ਮਸਾਲ ਅਨੇਕ, ਬਹੁਤ ਸਾਰੀਆਂ ਝਾੜ ਮਤਾਬੀਆਂ ਜਲਾ ਕਰਕੇ ਨਾਲ ਅਨੇਕਾਂ ਹੀ ਮਸ਼ਾਲਾਂ ਹਨ। ਰਸਤੇ ਦੇ ਵਿੱਚ ਚੱਲਦਿਆਂ ਹਨੇਰੇ ਦੀ ਨਿਵਰਤੀ ਦੇ ਲਈ ਪ੍ਰਕਾਸ਼ ਦਾ ਸਾਧਨ ਉਸ ਸਮੇਂ ਵੱਡਾ ਇਹੀ ਸੀ, ਜਾਂ ਤੇ ਮਸਾਲਾਂ ਹੀ ਜਗਾਈਆਂ ਜਾਂਦੀਆਂ ਸੀ ਜਾਂ ਲੰਪਾਂ ਹੁੰਦੀਆਂ ਸੀ, ਉਹਨਾਂ ਦੀ ਲੋ ਘੱਟ ਹੁੰਦੀ ਸੀ, ਸੋ ਝਾੜ ਮਤਾਬੀਆਂ ਹੁੰਦੀਆਂ ਸੀ। ਸੋ ਇਸ ਤਰੀਕੇ ਦੇ ਨਾਲ ਇਹ ਪ੍ਰਕਾਸ਼ ਕੀਤਾ ਰਸਤੇ ਦੇ ਹਨੇਰੇ ਦੀ ਨਿਵਰਤੀ ਦੇ ਲਈ। ਡੋਰੇ ਸਯੰਦਨ ਸੰਗ ਕੁਛ ਕੀਨਸ ਜਲਦ ਵਿਵੇਕ, ਗਿਆਨ ਦੇ ਸਾਗਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੁਛ ਡੋਲੇ ਭਾਵ ਪਾਲਕੀਆਂ, ਜਿਨ੍ਹਾਂ ਵਿੱਚ ਗੁਰੂ ਕੇ ਮਹਿਲ ਸਤਿਗੁਰਾਂ ਦੀਆਂ ਨੋਹਾਂ ਸੁਭਾਇਮਾਨ ਹੈ, ਔਰ ਕੁਝ ਰਥ ਹੈ ਜਿਹਦੇ ਵਿੱਚ ਬਾਬਾ ਗੁਰਦਿੱਤਾ ਸਾਹਿਬ ਗੁਰੂ ਕੇ ਸਪੁੱਤਰ ਤੇ ਸਿੱਖ ਮੁਖੀ ਜਿਹੜੇ ਹਨ ਬਜ਼ੁਰਗ ਉਹ ਸੁਭਾਇਮਾਨ ਹੈ।
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਸਮੇਤ ਪਰਿਵਾਰ ਚੱਲ ਪਏ ਹਨ ਜੀ। ਚੌਪਈ ਪਿਤਾ ਸਥਾਨ ਗੰਗ ਸਰ ਜਾਨ, ਗੰਗਸਰ ਵਾਲੇ ਪਵਿੱਤਰ ਸਥਾਨ ਨੂੰ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਰ ਕਮਲਾਂ ਦਾ ਵਸਾਇਆ ਜਾਣ ਕਰਕੇ ਕਰ ਬੰਧਨ ਕੀਨਸ ਪ੍ਰਸਥਾਨ, ਇਸ ਸਥਾਨ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ ਹਾਜ਼ਰ ਗੁਰੂ ਅਰਜਨ ਦੇਵ ਸਾਹਿਬ ਨੂੰ ਸਮਝ ਕੇ। ਕੀਮਤ ਹੈ ਜਿੱਥੇ ਗੁਰੂ ਕੇ ਚਰਨ ਪਏ ਆ ਪਵਿੱਤਰ, ਜਿਹੜਾ ਸਥਾਨ ਗੁਰੂ ਦੀ ਯਾਦ ਵਿੱਚ ਬਣਿਆ ਹੈ ਉਹ ਸਿੱਖ ਦੇ ਲਈ ਥਾਨ ਸੁਹਾਵਾ ਹੀ ਹੈ, ਉਹ ਸਤਿਕਾਰਯੋਗ ਹੀ ਹੈ, ਝੁਕਣਯੋਗ ਹੀ ਹੈ, ਮੱਥਾ ਟੇਕਣ ਯੋਗ ਹੀ ਹੈ। ਇੰਨਾ ਕੁ ਪਵਿੱਤਰ ਹੋ ਹੀ ਜਾਂਦਾ ਹੈ ਕਿ ਸਿੱਖ ਦਾ ਸਿਰ ਉੱਥੇ ਝੁਕ ਜਾਏ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਪਾ ਕੇ ਪਵਿੱਤਰ ਕੀਤੇ ਇਸ ਅਸਥਾਨ ਨੂੰ ਜੋ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਯਾਦ ਦਿਵਾਰਿਆ ਹੈ, ਸੋ ਉਸ ਨੂੰ ਝੁਕ ਕਰਕੇ ਮੱਥਾ ਟੇਕਿਆ। ਆਪ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਮੱਥਾ ਟੇਕ ਕੇ ਇੱਥੇ ਅਰਦਾਸ ਕੀਤੀ ਔਰ ਇੱਥੋਂ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਹਨ ਜੀ। ਆਗੇ ਚਲੈ ਮਸਾਲੇ ਬ੍ਰਿੰਦ, ਅੱਗੇ ਅੱਗੇ ਬਹੁਤ ਸਾਰੀਆਂ ਮਸਾਲਾਂ ਜਗਦੀਆਂ ਹੋਈਆਂ ਚੱਲੀਆਂ। ਕਰਿਓ ਪਿਆਨ ਸ੍ਰੀ ਹਰਗੋਬਿੰਦ, ਇਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪਿਆਨਾ ਕੀਤਾ, ਚਾਲੇ ਪਾਏ। ਸਨੇ ਸਨੇ ਗਮਨੇ ਮਗ ਜਾਹੀ, ਹੌਲੀ ਹੌਲੀ ਸੱਚੇ ਪਾਤਸ਼ਾਹ ਰਸਤੇ ਦੇ ਵਿੱਚ ਇਉਂ ਸਮੇਤ ਪਰਿਵਾਰ ਸਾਰੇ ਦਲ ਦੇ ਚੱਲੇ ਜਾ ਰਹੇ ਹਨ ਜੀ। ਵਜਹਿ ਨਗਾਰੇ ਬਹੁਤ ਧੁਨ ਤਾਹੀ, ਔਰ ਰਸਤੇ ਦੇ ਵਿੱਚ ਸਿੱਖ ਸੂਰਮੇ ਨਗਾਰੇ ਵਜਾਉਂਦੇ ਜਾਂਦੇ ਆ ਜਿਨ੍ਹਾਂ ਦੀ ਬਹੁਤ ਭਾਰੀ ਆਵਾਜ਼ ਉੱਠਦੀ ਹੈ। ਸੈਨ ਸਕਲ ਕੋ ਆਇਸ ਦੀਨ, ਸਾਰੀ ਸਿੱਖ ਫੌਜ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੁਕਮ ਦੇ ਕਰਕੇ ਸ੍ਰੀ ਗੁਰ ਦਿੱਤੇ ਕੇ ਸੰਗ ਕੀਨ, ਸਾਹਿਬ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ ਕਰ ਦਿੱਤਾ ਹੈ ਜੀ। ਸਭ ਕੁਟੰਬ ਕੇ ਸੰਗ ਰਹੀਜੈ, ਔਰ ਹੁਕਮ ਇਹ ਕੀਤਾ ਬਾਬਾ ਗੁਰਦਿੱਤਾ ਸਾਹਿਬ ਤਾਈਂ ਕਿ ਤੁਸੀਂ ਸਾਰੇ ਪਰਿਵਾਰ ਦੇ ਨਾਲ ਰਹਿਣਾ ਹੈ। ਸਾਵਧਾਨ ਹੋਇ ਕੈ ਗਮਨੀਜੈ, ਔਰ ਚੱਲਦਿਆਂ ਹੋਇਆਂ ਪੂਰੀ ਸੁਚੇਤਤਾ ਰੱਖਣੀ, ਕਿਸੇ ਪ੍ਰਕਾਰ ਦਾ ਕੋਈ ਆਲਸ ਜਾਂ ਅਣਗਹਿਲੀ ਨਹੀਂ ਧਾਰਨੀ। ਕਿਤਕ ਸੌਰ ਸੰਗ ਨਿਜ ਲੀਨੇ, ਔਰ ਕੁਝ ਕਸੂਰਮੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਲਏ। ਤਜ ਮਗ ਬਾਮ ਪਿਆਨਾ ਕੀਨੇ, ਔਰ ਆਪ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਖੱਬੇ ਪਾਸਿਓਂ ਪਰਿਵਾਰ ਨੂੰ ਤੋਰਿਆ ਹੈ ਔਰ ਆਪ ਸੱਜੇ ਪਾਸਿਓਂ ਭਾਵ ਇੱਕੇ ਵਹੀਰ ਨੂੰ ਇੱਕੇ ਜਗ੍ਹਾ ਇਕੱਠੀ ਰੱਖ ਕੇ ਨਹੀਂ ਤੋਰਿਆ। ਇਹ ਵੀ ਇੱਕ ਰਣਨੀਤੀ ਹੁੰਦੀ ਸੀ, ਕਿਉਂਕਿ ਹੁਣੇ ਹੁਣੇ ਜੰਗ ਲੜਿਆ, ਜੇ ਕੋਈ ਹੋਰ ਵੀ ਫੌਜ ਚੜ੍ਹਾਈ ਕਰਕੇ ਆ ਰਹੀ ਹੋਵੇ ਤੇ ਸਮੇਤ ਪਰਿਵਾਰ ਮੁਕਾਬਲਾ ਕਰਨਾ ਔਖਾ ਹੈ, ਕਠਿਨ ਹੈ। ਸੋ ਇਸ ਕਰਕੇ ਆਪ ਨਗਾਰਿਆਂ ਸਮੇਤ ਜਨਾਉਂਦੇ ਆ ਵੀ ਅਸੀਂ ਇੱਧਰ ਆ, ਤੇ ਪਰਿਵਾਰ ਨੂੰ ਸੈਲਾਂ ਦੇ ਸਮੇਤ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ ਸੱਜੇ ਪਾਸਿਓਂ ਤੋਰ ਦਿੱਤਾ। ਇੱਥੇ ਵਹੀਰ ਦੋ ਟੁਕੜੀਆਂ ਦੇ ਵਿੱਚ ਵੰਡ ਕੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਕੀਰਤਪੁਰ ਸਾਹਿਬ ਨੂੰ ਚਾਲਾ ਪਾ ਰਹੇ ਹਨ ਜੀ। ਸੋ ਇੱਥੋਂ ਤੱਕ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਆਈ। ਵਿਚਾਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੇ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਿਤਕ ਸੌਰ ਸੰਗ ਨਿਜ ਲੀਨੇ, ਤਾਜ ਮਗ ਬਾਮ ਪਿਆਨਾ ਕੀਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ